90 ਦੇ ਵਿੱਚ ਤੁਸੀਂ ਐਜ਼ ਡੀਐਸਪੀ ਜੁਆਇਨ ਕੀਤਾ। ਜਿਹੜੀ ਜਰਨੀ ਸੀ ਸ਼ੁਰੂ ਕਿੱਥੋਂ ਹੋਈ? Posting as a DSP was in DSP Barnala. ਓਕੇ। ਉਸ ਤੋਂ ਬਾਅਦ ਫਿਰ then I was elevated over there only as SP investigation. ਆਈਪੀਐਸ ਕਦੋਂ ਪ੍ਰਮੋਟ ਹੋਏ ਜੀ? ਦਿੱਤਾ ਸੀ ਇਹ ਬੈਚ 1997 ਦਾ। ਸਰ ਜਦੋਂ ਤੁਸੀਂ 90 ਦੇ ਵਿੱਚ ਜੁਆਇਨ ਕੀਤਾ ਤਾਂ ਉਦੋਂ ਜਿਹੜਾ ਅੱਤਵਾਦ ਦਾ ਦੌਰ ਸੀਗਾ ਉਹ ਬੜਾ ਜ਼ੋਰਾਂ ਤੇ ਫਿਰ ਬੜਾ ਕੰਮ ਕਰਦੇ ਰਹੇ, ਰਾਤਾਂ ਨੂੰ ਐਂਬੂਸ਼ ਲਿਆਉਂਦੇ ਰਹੇ, ਸਾਰੇ ਮੁੰਡਿਆਂ ਨੂੰ ਮੋਟੀਵੇਟ ਕਰਦੇ ਰਹੇ ਕਿ ਜਾਨ ਮਾਲ ਦੀ ਰੱਖਿਆ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ, ਫਿਰ ਉਹਦੇ 'ਚ 100% ਕੰਟਰੀਬਿਊਟ ਕਰਨਾ ਪੈਂਦਾ। ਕਿੱਦਾਂ ਦਾ ਦੌਰ ਸੀਗਾ, ਜਿਹੜੇ ਲੋਕ ਸੀਗੇ ਉਹ ਕੀ ਮਹਿਸੂਸ, ਪੁਲਿਸ ਤੋਂ ਕੀ ਆਸ ਰੱਖਦੇ ਸੀ? ਲੋਕ ਬੜੇ ਡਰੇ ਹੋਏ ਸੀਗੇ ਕਿਉਂਕਿ ਰੂਲ ਆਫ ਲਾ ਜਦੋਂ ਵਿਸ਼ੇਟ ਹੋ ਜਾਂਦਾ ਲੋਕ ਬਹੁਤ ਘਬਰਾ ਜਾਂਦੇ ਨੇ। ਦੋਸਤੋ ਤੁਸੀਂ ਦੇਖ ਰਹੇ ਹੋ ਬਾਬੂਸ਼ਾਹੀ ਟਾਈਮਜ਼, ਮੈਂ ਤੁਹਾਡੇ ਨਾਲ ਦੀਦਾਰ ਗੁਰਨਾ ਅੱਜ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਤੁਹਾਨੂੰ ਮੈਂ ਜਿਸ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਹਾਂ ਉਹ ਏਡੀਜੀਪੀ ਪੰਜਾਬ ਪੁਲਿਸ ਨੇ। ਕਿੱਦਾਂ ਉਹ ਇੱਕ MBA ਦੇ ਸਟੂਡੈਂਟ ਤੋਂ ਏਡੀਜੀਪੀ ਦੀ ਪੋਸਟ ਤੱਕ ਪਹੁੰਚੇ, ਕਿਹੜੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਮੇਨ ਇਨਵੈਸਟੀਗੇਸ਼ਨਸ ਕਰੀਆਂ, ਅੱਤਵਾਦ ਦਾ ਦੌਰ ਵੀ ਉਹਨਾਂ ਨੇ ਜਿਹੜਾ ਹੈਗਾ ਉਹ ਪਿੰਡੇ ਤੇ ਹੰਢਾਇਆ। ਸੋ ਸਾਰੀਆਂ ਗੱਲਾਂ ਬਾਤਾਂ ਅੱਜ ਖੁੱਲ੍ਹੀਆਂ ਗੱਲਾਂ ਬਾਤਾਂ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਨਾਲ ਕਰਾਂਗੇ। ਅੱਜ ਦੇ ਮਹਿਮਾਨ ਨੇ SPS ਪਰਮਾਰ ਜੀ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਉਸ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸਰ ਸਵਾਗਤ ਹੈ ਜੀ ਬਾਬੂਸ਼ਾਹੀ ਜੀ ਤੁਹਾਡਾ। ਸਰ ਸਭ ਤੋਂ ਪਹਿਲਾਂ ਆਪਣੀ ਸਟੱਡੀ ਤੇ ਆਪਣੇ ਪਿਛੋਕੜ ਬਾਰੇ ਦੱਸੋ ਜੀ। ਸਟੱਡੀ ਮੈਂ ਪਹਿਲਾਂ ਤਾਂ ਇਕਨੋਮਿਕਸ ਕੀਤੀ, MSc ਆਨਰਸ ਇੰਡਸਟਰੀਅਲ ਇਕਨੋਮਿਕਸ ਜੀ ਫਰਮ ਗੁਰੂ ਨਾਨਕ ਦੇਵ ਯੂਨੀਵਰਸਿਟੀ। ਉਸ ਤੋਂ ਬਾਅਦ ਫਿਰ MBA ਕੀਤੀ। ਠੀਕ ਹੈ ਜੀ। So during my study in the MBA, then I got selected as a DSP in the Punjab Police in 90. ਓਕੇ। 1990 ਦੇ ਵਿੱਚ ਫਿਰ ਜੁਆਇਨ ਕਰ ਲਿਆ ਐਜ਼ ਅ DSP ਇਨ ਪੰਜਾਬ ਪੁਲਿਸ। ਸਰ ਤੁਹਾਡਾ ਪਿਛੋਕੜ ਕਿੱਥੋਂ ਦਾ ਜੀ? ਤੁਹਾਡਾ ਜਿਹੜਾ ਬੇਸਿਕਲੀ ਵੀ ਬਿਲੋਂਗ ਟੂ ਜਲੰਧਰ ਜੀ ਤੇ ਬੋਰਨ ਐਂਡ ਬ੍ਰੌਟ ਅਪ ਓਵਰ देयर ਓਨਲੀ। ਠੀਕ ਹੈ ਜੀ। ਉਸ ਤੋਂ ਬਾਅਦ ਅੰਮ੍ਰਿਤਸਰ ਚਲੇ ਗਏ ਪੜ੍ਹਨ। ਓਕੇ ਜੀ। ਅੱਛਾ ਸਰ, ਜਿਹੜਾ 90 ਦੇ ਵਿੱਚ ਤੁਸੀਂ ਐਜ਼ ਡੀਐਸਪੀ ਜੁਆਇਨ ਕੀਤਾ, ਜਿਹੜੀ ਜਰਨੀ ਸੀ ਸ਼ੁਰੂ ਕਿੱਥੋਂ ਹੋਈ ਤੇ ਪੋਸਟਿੰਗ ਕਿੱਥੇ ਕਿੱਥੇ ਰਹੀ? ਪੋਸਟਿੰਗ ਸ਼ੁਰੂ ਦੇ ਵਿੱਚ ਤੇ ਐਂਟੀ ਟੈਰਰਿਜ਼ਮ ਕੰਮ ਜਿਹੜਾ ਹੈਗਾ ਉਹ ਤਰਨਤਾਰਨ ਸਿੱਖਿਆ। ਉਸ ਤੋਂ ਬਾਅਦ ਫਿਰ ਫਿਰੋਜ਼ਪੁਰ ਤੇ ਫਸਟ ਪੋਸਟਿੰਗ ਇੰਡੀਪੈਂਡੈਂਟ ਪੋਸਟਿੰਗ ਐਜ਼ ਅ DSP ਵਾਜ਼ ਇਨ DSP ਬਰਨਾਲਾ। ਓਕੇ ਜੀ। ਉਸ ਤੋਂ ਬਾਅਦ ਫਿਰ ਦੈਨ ਆਈ ਵਾਜ਼ ਐਲੀਵੇਟਡ ਓਵਰ देयर ਓਨਲੀ ਐਜ਼ SP ਇਨਵੈਸਟੀਗੇਸ਼ਨ। ਉਦੋਂ ਉਸ ਵੇਲੇ ਨੂੰ SP ਇਨਵੈਸਟੀਗੇਸ਼ਨ SP ਡਿਟੈਕਟਿਵ ਬੋਲਦੇ ਹੁੰਦੇ ਸੀ ਉਦੋਂ। ਦੈਨ ਦੇयर ਵਾਜ਼ ਲੋਟ ਆਫ ਵਰਕ ਟੂ ਬੀ ਡਨ ਔਨ ਦਾ ਟੈਰਰਿਜ਼ਮ ਫਰੰਟ ਜੀ। ਫਿਰ ਲੱਗੇ ਰਹੇ ਉੱਥੇ ਹੀ। ਗ੍ਰੈਜੂਅਲੀ ਗੋਟ ਐਲੀਵੇਟਡ ਐਜ਼ SSP। ਨਾਓ ਆਈ ਵਰਕਡ ਐਜ਼ SSP ਤਰਨਤਾਰਨ, ਦੈਨ SSP ਫਿਰੋਜ਼ਪੁਰ, SSP ਮਾਨਸਾ ਐਂਡ SSP ਅੰਮ੍ਰਿਤਸਰ ਰੂਰਲ ਆਲਸੋ। ਓਕੇ। ਆਈਪੀਐਸ ਕਦੋਂ ਪ੍ਰਮੋਟ ਹੋਏ ਜੀ? ਮੈਨੂੰ ਦਿੱਤਾ ਸੀ ਇਹ ਬੈਚ 1997 ਦਾ। ਓਕੇ। ਦੈਨ ਡਿਪੈਂਡਸ ਔਨ ਦਾ ਸੀਨੀਅਰਿਟੀ ਐਂਡ ਦਾ ਵੈਕੈਂਸੀ ਲੈਵਲ ਓਵਰ देयर ਇਨ ਦਾ ਡਿਪਾਰਟਮੈਂਟ। तो gradually this is the batch that I got 1997. ਓਕੇ ਸਰ, ਜਦੋਂ ਤੁਸੀਂ 90 ਦੇ ਵਿੱਚ ਜੁਆਇਨ ਕੀਤਾ ਤਾਂ ਉਦੋਂ ਜਿਹੜਾ ਅੱਤਵਾਦ ਦਾ ਦੌਰ ਸੀਗਾ ਉਹ ਬੜਾ ਜ਼ੋਰਾਂ ਤੇ ਸੀਗਾ ਜੀ। ਸੋ ਉਹਨੂੰ ਕਿੱਦਾਂ ਜਿਹੜਾ ਫੇਸ ਕੀਤਾ ਜਾਂ ਕਿੱਥੇ ਕਿੱਥੇ ਜਿਹੜੀ ਪੋਸਟਿੰਗ ਹੋ ਰਹੀ, ਕਿੱਦਾਂ ਦਾ ਦੌਰ ਸੀ ਉਹਦੇ ਬਾਰੇ ਜ਼ਰੂਰ ਜਾਣਨਾ ਪਾਓ ਜੀ। ਉਹਦੇ 'ਚ ਬੜੇ ਐਕਸਪੀਰੀਅੰਸ ਅਫਸਰ ਸੀਗੇ, ਮਿਸਟਰ ਮੁਖਤਿਆਰ ਚੰਦ ਚੌਧਰੀ ਐਂਡ ਸੁਖਦੇਵ ਸਿੰਘ ਬਰਾੜ। ਇਹ ਉਸ ਵੇਲੇ ਤਰਨਤਾਰਨ ਹੁੰਦੇ ਸੀ, ਮੈਂ ਇਹਨਾਂ ਦੇ ਨਾਲ ਕੰਮ ਕੀਤਾ। ਇੱਕ ਸਰਦਾਰ ਨਰਿੰਦਰਪਾਲ ਸਿੰਘ ਵਾਜ਼ SSP ਦੈਟ ਟਾਈਮ, ਜਿਹੜੇ IG ਸੀਗੇ। ਉਹਨਾਂ ਦੀ ਅੱਜ ਕੱਲ੍ਹ ਬੜਾ ਅਨਫੋਰਚੂਨੇਟ ਉਹਨਾਂ ਦੀ ਡੈਥ ਹੋ ਗਈ ਜੀ। ਤੋ ਦੇ ਵਾਜ਼ ਦਾ ਫਰੰਟ ਰਨਰਸ ਓਵਰ देयर। ਤਰਨਤਾਰਨ ਵਾਜ਼ ਦਾ ਹੱਬ ਆਫ ਦਾ ਟੈਰਰਿਜ਼ਮ। ਉੱਥੇ ਫਿਰ ਉਹਨਾਂ ਕੋਲ ਟ੍ਰੇਨਿੰਗ ਹੋਈ। ਪੱਟੀ ਅਟੈਚ ਕੀਤਾ ਮੈਨੂੰ। ਉਸ ਤੋਂ ਬਾਅਦ ਫਿਰ ਫਿਰੋਜ਼ਪੁਰ ਆ ਗਿਆ। ਫਿਰੋਜ਼ਪੁਰ ਦਾ ਮਖੂ ਏਰੀਆ ਬਹੁਤ ਜ਼ਿਆਦਾ ਅਫੈਕਟਡ ਸੀਗਾ, ਜ਼ੀਰਾ ਬਹੁਤ ਜ਼ਿਆਦਾ ਅਫੈਕਟਡ ਸੀਗਾ। ਐਜ਼ ਏ ਪ੍ਰੋਬੇਸ਼ਨਰ ਕੰਮ ਤੇ ਸਿੱਖਦਾ ਰਿਹਾ ਇਹਨਾਂ ਨੂੰ ਕਿੱਦਾਂ ਡੀਲ ਕਰਨਾ, ਕਿੱਦਾਂ ਨਹੀਂ ਕਰਨਾ। ਫਿਰ ਇੰਡੀਪੈਂਡੈਂਟ ਪੋਸਟਿੰਗ ਜਦੋਂ ਬਰਨਾਲੇ ਹੋਈ ਤੇ ਬਰਨਾਲੇ ਦੈਨ ਵਨ ਹੈਜ਼ ਟੂ ਟੇਕ ਏ ਕਾਲ ਔਨ ਦੈਟ। ਇੱਥੇ ਬਰਨਾਲਾ ਵਾਜ਼ ਆਲਸੋ ਅਫੈਕਟਡ। ਬਰਨਾਲਾ, ਜਗਰਾਓਂ, ਖੰਨਾ ਇਹ ਵੀ ਇੱਕ ਹੱਬ ਬਣ ਚੁੱਕਾ ਸੀ। ਹੱਬ ਬਣਿਆ ਸੀ ਬਿਲਕੁਲ KLF ਦਾ। ਉਸ ਵੇਲੇ ਫਿਰ ਬੜਾ ਕੰਮ ਕਰਦੇ ਰਹੇ, ਰਾਤਾਂ ਨੂੰ ਐਂਬੂਸ਼ ਲਿਆਉਂਦੇ ਰਹੇ, ਸਾਰੇ ਮੁੰਡਿਆਂ ਨੂੰ ਮੋਟੀਵੇਟ ਕਰਦੇ ਰਹੇ ਕਿਉਂਕਿ ਗਰੀਬ ਗੁਰਬਾ ਜਿਨ੍ਹਾਂ ਦੀ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਉਹਨਾਂ ਦੀ ਪ੍ਰੋਟੈਕਸ਼ਨ ਅਸੀਂ ਵੀ ਆਰ ਦਾ ਕਸਟੋਡੀਅਨ ਆਫ ਲਾਅ ਐਂਡ ਆਰਡਰ। ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ, ਫਿਰ ਉਹਦੇ 'ਚ 100% ਕੰਟਰੀਬਿਊਟ ਕਰਨਾ ਹੀ ਪੈਂਦਾ। ਸਰ ਕੀ ਕਹਿੰਦੇ ਨੇ ਵੀ ਕਿੱਦਾਂ ਦਾ ਦੌਰ ਸੀਗਾ, ਜਿਹੜੇ ਲੋਕ ਸੀਗੇ ਉਹ ਕੀ ਮਹਿਸੂਸ, ਪੁਲਿਸ ਤੋਂ ਕੀ ਆਸ ਰੱਖਦੇ ਸੀ ਉਸ ਟਾਈਮ? ਲੋਕ ਬੜੇ ਡਰੇ ਹੋਏ ਸੀਗੇ ਕਿਉਂਕਿ ਰੂਲ ਆਫ ਲਾ ਜਦੋਂ ਵਿਸ਼ੇਟ ਹੋ ਜਾਂਦਾ ਲੋਕ ਬਹੁਤ ਘਬਰਾ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਰਿਸੋਰਸਿਸ ਨਹੀਂ ਹੁੰਦੇ। ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਮਾਉਣਾ, ਖਾਣਾ, ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਹੈ। ਬੇਸਿਕ ਕੰਮ ਤੇ ਸਾਡਾ ਹੀ ਹੁੰਦਾ। ਬਿਲਕੁਲ ਜੀ। ਕਿਉਂਕਿ ਪਾਲਿਸੀ ਪੈਰਾਲਿਸਿਸ ਜਦੋਂ ਹੋ ਜਾਏ
ਲੋਕ ਇਹਨਾਂ ਚੀਜ਼ਾਂ ਨੂੰ ਜਿਹੜੇ ਨੈਗੇਟਿਵ ਐਲੀਮੈਂਟ ਹੈ ਨਾ ਮੰਨਣ, ਤੇ ਫਿਰ ਉਹਨਾਂ ਨੂੰ ਰੀਨ ਇਨ ਕਰਨਾ ਪੈਂਦਾ, ਉਹਨਾਂ ਨੂੰ ਕੰਟਰੋਲ ਕਰਨਾ ਪੈਂਦਾ। ਸਰ ਜਿੱਦਾਂ ਤੁਸੀਂ ਇਹ ਦੌਰ ਦੀ ਜਿਹੜੀ ਪੂਰੀ ਚੜ੍ਹ ਤੈਣ ਇੱਕ ਵਾਰੀ ਪੀਕ ਟਾਈਮ ਵੀ ਤੁਸੀਂ ਦੇਖਿਆ, ਸੋ ਫਿਰ ਇਹ ਖਤਮ ਹੋਣ ਵੱਲ ਕਿੱਦਾਂ ਵਧਿਆ ਜੀ? ਤੁਸੀਂ ਦੇਖੋ ਖਤਮ ਕਿੱਦਾਂ ਹੋਇਆ ਫਿਰ? ਖਤਮ ਦਾ ਇਹਦਾ ਦੋ ਤਰੀਕੇ ਹੁੰਦੇ। ਇੱਕ ਤੇ ਲੌਂਗ ਰਨ ਦੇ ਵਿੱਚ ਯੂ ਕੈਨ ਨਾਟ ਰਨ ਦਿਸ ਕਾਈਂਡ ਆਫ ਦਾ ਕੈਂਪੇਨ, ਜਿਹੜੀ ਆਰਮਡ ਕਨਫਲਿਕਟ ਹੋਵੇ, ਵਾਇਲੈਂਸ ਹੋਵੇ, ਲੌਂਗ ਰਨ ਦੇ ਵਿੱਚ ਸੋਸਾਇਟੀ ਟੋਲਰੇਟ ਨਹੀਂ ਕਰਦੀ ਕਿ ਕਿੰਨੀ ਦੇਰ ਤੁਸੀਂ ਇਹਦੇ 'ਤੇ ਲੱਗੇ ਰਹੋਗੇ। ਦੂਸਰਾ ਇਹ ਹੈ ਕਿ ਜਦੋਂ ਇਹ ਜਿਹੜੇ ਅਖੌਤੀ ਬੰਦੇ ਹੁੰਦੇ ਨੇ, ਜਿਹੜੇ ਲੀਡਰਸ਼ਿਪ ਆਪਣੇ ਆਪ ਹੀ ਬਣ ਜਾਂਦੀ ਹੈ, ਮੈਂ ਲੈਫਟੀਨੈਂਟ ਜਨਰਲ ਹਾਂ, ਮੈਂ ਜਨਰਲ ਹਾਂ, ਉਹ ਜਦੋਂ ਜ਼ਿਆਦਤੀਆਂ ਲੋਕਾਂ ਨਾਲ ਕਰਨ ਲੱਗ ਪੈਂਦੇ, ਲੋਕਾਂ ਦੀਆਂ ਧੀਆਂ ਭੈਣਾਂ ਨਾਲ ਬਦਤਮੀਜ਼ੀਆਂ ਕਰਨ ਲੱਗ ਪੈਂਦੇ ਨੇ, ਲੁੱਟਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਇਹਨਾਂ ਕੋਲ ਰਿਸੋਰਸਿਸ ਤਾਂ ਹੁੰਦੇ ਨਹੀਂ, ਚੋਰੀ ਚਕਾਰੀ ਹੁੰਦੀ, ਹੋਰ ਤਾਂ ਕੁਝ ਨਹੀਂ ਹੁੰਦਾ। ਬਿਲਕੁਲ ਜੀ। ਇੱਕ ਬੰਦਾ ਕੰਮ ਹੀ ਨਹੀਂ ਕਰਦਾ, ਰਫਲ ਲੈ ਕੇ ਤੁਰਿਆ ਫਿਰਦਾ ਹੈਗਾ ਖੇਤਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਉਹਦਾ ਸੋਰਸ ਆਫ ਇਨਕਮ ਕੀ ਹੋਵੇਗਾ? ਲੁੱਟ ਹੋਏਗਾ, ਹੋਰ ਕੀ ਹੋਏਗਾ? ਜਾਂ ਡਰਾਉਣਾ ਧਮਕਾਉਣਾ ਹੋਏਗਾ। ਬਿਲਕੁਲ ਜੀ। ਤਾਂ ਲੋਕਾਂ ਤੋਂ ਪੈਸੇ ਖੋਏਗਾ, ਡਰਾਏਗਾ, ਧਮਕਾਏਗਾ। ਤਾਂ ਇਹ ਜਿਹੜੇ ਇਹਦੇ ਜਿਹੜੇ ਡਿਸਟਰਕਸ਼ਨ ਦੇ ਸੀਡ ਹੈ, ਇਹਨਾਂ ਦੀ ਵਰਕਿੰਗ ਦੇ ਵਿੱਚ ਹੀ ਹੁੰਦੇ ਆ। ਉਹ ਥੋੜ੍ਹੀ ਦੇਰ ਲੱਗਦੀ ਉਹਨੂੰ ਡਿਸਟਰਕਟ ਹੋਣ ਨੂੰ। ਜਦੋਂ ਲੋਕ ਸਾਡੇ ਨਾਲ ਆ ਗਏ, ਇਹਨਾਂ ਨੇ ਪਹਿਲਾਂ ਤਾਂ ਲੋਕਾਂ ਨੂੰ ਮਾਰਦੇ ਸੀਗੇ, ਫਿਰ ਉਸ ਤੋਂ ਬਾਅਦ ਪੁਲਿਸ ਦੀਆਂ ਫੈਮਲੀਜ਼ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਜਿਹੜਾ ਸੀਗਾ ਰਿਜ਼ੈਂਟਮੈਂਟ ਹੈ ਜਿਹੜੀ ਪਬਲਿਕ ਦੇ ਵਿੱਚ ਵੱਧਦੀ ਜਾਂਦੀ ਇਹਨਾਂ ਚੀਜ਼ਾਂ ਦੀ। ਉਹਨਾਂ ਨੇ ਲੋਕਾਂ ਨੇ ਇਨਫੋਰਮ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਨੂੰ, ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਸਾਰਾ ਸਾਫ਼ ਹੋ ਗਿਆ। ਸਰ ਪੰਜਾਬ ਦੀ ਇੱਕ ਬਹੁਤ ਵੱਡੀ ਜਿਹੜੀ ਇਨਵੈਸਟੀਗੇਸ਼ਨ ਆਪਾਂ ਕਹੀ ਜਾ ਸਕਦੀ ਹੈ, ਬਰਗਾੜੀ ਜਿਹੜੀ ਬੇਅਦਬੀ ਕਾਂਡ ਸੀਗਾ, ਉਹਦੀ ਇਨਵੈਸਟੀਗੇਸ਼ਨ ਤੁਸੀਂ ਕੀਤੀ ਹੈ, ਸੋ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਜ਼ਰੂਰ ਦਿਓ। ਉਹਦੇ 'ਚ ਇਹ ਸੀ, ਜਦੋਂ ਪਹਿਲੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈਡ ਬੀਨ ਡਨ ਬਾਈ ਸਮ ਅਦਰ ਪਾਰਟੀ, ਉਹਦੇ ਲਈ ਕੋਈ ਸਿੱਟ ਬਣੀ ਸੀਗੀ। ਉਸ ਤੋਂ ਬਾਅਦ ਇਹ CBI ਕੋਲ ਚਲੀ ਗਈ ਸੀ। ਬੜਾ ਕੰਟਰੋਵਰਸ਼ੀਅਲ ਇਨਵੈਸਟੀਗੇਸ਼ਨ ਸੀਗੀ। CBI 'ਤੇ ਜਾਣ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ CBI ਕੋਲ ਨਹੀਂ ਹੋਣੀ ਚਾਹੀਦੀ। ਵੀ ਆਰ ਕੰਪੀਟੈਂਟ ਟੂ ਹੈਂਡਲ ਦਿਸ ਕਾਈਂਡ ਆਫ ਇਨਵੈਸਟੀਗੇਸ਼ਨ ਪੰਜਾਬ ਪੁਲਿਸ। ਸਰ ਤੁਹਾਡੇ ਵਾਲੀ ਸਿੱਟ ਕਦੋਂ ਬਣੀ ਜੀ? ਇਹ ਫਿਰ ਸਾਡੇ ਕੋਲ ਤਾਂ ਜਦੋਂ ਹਾਈ ਕੋਰਟ ਦਾ ਆਰਡਰ ਆਇਆ 2021 ਦੇ ਵਿੱਚ ਸਾਨੂੰ ਮਿਲੀ ਇਹ। ਮੇਰੇ ਕੋਲ ਸਾਰੇ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਆਈ ਸੀ 25 ਫਰਵਰੀ 2021 ਨੂੰ ਜੀ। ਉਸ ਤੋਂ ਬਾਅਦ ਅਸੀਂ 1 ਸਾਲ ਦੇ ਵਿੱਚ ਕਾਫੀ ਮਿਹਨਤ ਕਰਕੇ ਜਾ ਕੇ ਅਸੀਂ ਡੇਰੇ ਵੀ ਗਏ ਉੱਥੇ, ਸਰਸਾ ਅਤੇ ਸਨਾਰੀਆ ਜੇਲ੍ਹ ਦੇ ਵਿੱਚ ਵੀ 3 ਵਾਰ ਗਏ। ਸਾਰੀ ਡਾਕੂਮੈਂਟੇਸ਼ਨ ਇਕੱਠੀ ਕੀਤੀ। ਪਹਿਲਾਂ ਤਾਂ ਉਹਨਾਂ ਨੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਸੀ CBI ਨੇ। ਫਿਰ ਅਸੀਂ ਦੁਬਾਰਾ ਸਾਰਾ ਐਵੀਡੈਂਸ ਇਕੱਠਾ ਕਰਕੇ ਉਹ ਤਿੰਨਾਂ ਦੇ ਤਿੰਨੇ ਚਲਾਨ ਕੋਰਟ ਦੇ ਵਿੱਚ ਦਿੱਤੇ ਨੇ। ਹੁਣ ਦੇ ਆਰ ਸਬ ਜੁਡਿਸ ਨਾਓ, so it's going to take a bit of the time now. That legal process has started on that. ਸਰ ਤੁਸੀਂ ਉਹਨੂੰ ਇੱਕ ਕਿਤਾਬ ਦਾ ਰੂਪ ਜਿਹੜਾ ਹੈਗਾ ਉਹ ਦਿੱਤਾ, ਸੋ ਉਹ ਕਨਸੈਪਟ ਕਿੱਦਾਂ ਹੈ ਵੀ ਇਹਨੂੰ ਇੱਕ ਕਿਤਾਬ ਬਣਾਉਣੀ ਚਾਹੀਦੀ ਹੈ? ਉਹ ਇਸ ਤਰ੍ਹਾਂ ਸੀ ਕਿ ਜਿਹੜੀਆਂ ਇਨਵੈਸਟੀਗੇਸ਼ਨ ਹੁੰਦੀਆਂ ਨਾ, ਇਹ ਲੌਂਗ ਰਨ ਦੇ ਵਿੱਚ ਇਹਨਾਂ ਦਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ। ਮੰਨ ਲਓ ਕੋਈ ਵੀ ਲਗਾਓ, ਤੁਸੀਂ ਲਗਾ ਲਓ 1978 ਦਾ ਸਾਕਾ ਲਗਾ ਲਓ, ਬਲੂ ਸਟਾਰ ਲਗਾ ਲਓ, ਉਹ SHO ਬਦਲ ਜਾਂਦੇ ਨੇ, DSP ਬਦਲ ਜਾਂਦੇ ਨੇ, SSP ਬਦਲ ਜਾਂਦੇ ਨੇ। ਫਿਰ ਉਹ ਜਿਹੜੀ ਪੋਸਟਰੀਟੀ ਹੁੰਦੀ ਆ, ਜਿਹੜੀ ਨਵੀਆਂ ਜਨਰੇਸ਼ਨ ਹੈ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਵੀ ਕੌਣ, ਕਿੱਦਾਂ, ਕਿੱਥੇ, ਕਿਸੇ ਨੇ ਕੀ ਕੀਤਾ। ਠੀਕ ਹੈ, ਇਹਦਾ ਪ੍ਰੋਬਲਮ ਕੀ ਸੀਗੀ। ਸੋ ਉਸ ਕਰਕੇ ਅਸੀਂ ਬੈਠ ਕੇ ਸਿੱਟ ਨੇ ਡਿਸਾਈਡ ਕੀਤਾ ਕਿ ਇਹ ਇਹੋ ਜਿਹਾ ਇੱਕ ਬਣਾਈਏ, ਇਹਦਾ ਡਾਕੂਮੈਂਟ ਬਣਾਈਏ ਜਿਹੜਾ ਕਦੀ ਵੀ ਕੋਈ 10 ਸਾਲ ਬਾਅਦ, 20 ਸਾਲ ਬਾਅਦ, 50 ਸਾਲ ਬਾਅਦ ਕੋਈ ਚਾਹੁੰਦਾ ਹੋਵੇ ਫੈਕਟ ਫਾਈਂਡਿੰਗ ਵੀ ਮੈਂ ਕੀ ਹੋਇਆ ਸੀ ਉਸ ਵੇਲੇ, ਉਹਨੂੰ ਸਾਰਾ ਇੱਕ ਕੰਪੈਂਡੀਅਨ ਦੇ ਵਿੱਚ ਹੀ ਮਿਲ ਜਾਏ। ਫਿਰ ਅਸੀਂ ਉਸ ਕਰਕੇ ਉਹ ਸਿੱਟ ਨੇ ਬੈਠ ਕੇ ਡੈਲੀਬਰੇਟ ਕੀਤਾ, ਸਾਰੀ ਡਾਕੂਮੈਂਟੇਸ਼ਨ, ਸਾਰਾ ਐਵੀਡੈਂਸ ਇੱਕੋ ਹੀ ਬੁੱਕ ਦੇ ਵਿੱਚ ਪਾ ਕੇ ਉਹ ਫਿਰ ਅਸੀਂ ਵੀ ਸਬਮਿਟਡ ਦਾ ਰਿਪੋਰਟ ਟੂ ਦਾ DGP ਸਾਹਿਬ, ਡਾਇਰੈਕਟਰ BOI ਐਂਡ DGP ਇੰਟੈਲੀਜੈਂਸ ਆਲਸੋ। ਸਰ ਇਹ ਇਨਵੈਸਟੀਗੇਸ਼ਨ ਬੜੀ ਉਹ ਸੀਗੀ, ਸੋ ਇਹਨੂੰ ਕਰਦੇ ਕਰ ਕੀ ਪ੍ਰੋਬਲਮਸ ਜਿਹੜੀਆਂ ਮੇਨ ਸੀਗੀਆਂ ਉਹ ਫੇਸ ਕਰਨੀਆਂ ਪਈਆਂ ਜੀ? ਪ੍ਰੋਬਲਮ ਤਾਂ ਬੇਸਿਕਲੀ ਪੁਲਿਸ ਨੂੰ ਕੋਈ ਜ਼ਿਆਦਾ ਨਹੀਂ ਆਉਂਦੀ। ਪ੍ਰੋਬਲਮ ਇਹ ਹੁੰਦੀ ਕਿ ਜਿਹੜੀ ਦੂਸਰੀ ਪਾਰਟੀ ਹੁੰਦੀ ਆ, ਉਹਦੇ ਡਿਲੇਇੰਗ ਟੈਕਟਿਕਸ ਹੁੰਦੇ ਆ ਕਿ ਇੰਟਰੋਗੇਟ ਨਾ ਕੀਤਾ ਜਾ ਸਕੇ ਜਾਂ ਕੋਈ ਲਿਟੀਗੇਸ਼ਨ ਲਈ ਆ ਜਾਣਾ। ਦੇ ਕੈਪਟ ਔਨ ਗੋਇੰਗ ਟੂ ਦਾ ਹਾਈ ਕੋਰਟ ਐਂਡ ਦਾ ਸੁਪਰੀਮ ਕੋਰਟ ਔਨ ਮਲਟੀਪਲ ਓਕੇਜ਼ਨਸ ਐਂਡ ਵੀ ਹੈਡ ਟੂ ਕਾਊਂਟਰ ਇਟ। ਕਈ ਵਾਰ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਵੀ ਆ ਜਾਂਦੀਆਂ, ਕੋਈ ਸੈਂਕਸ਼ਨ ਲੈਣ ਦੇ ਵਿੱਚ ਥੋੜ੍ਹਾ ਟਾਈਮ ਟੂ ਲੱਗ ਜਾਂਦਾ, ਪਰ ਐਡੀ ਕੋਈ ਵੱਡੀ ਸਾਨੂੰ ਕੋਈ ਪ੍ਰੋਬਲਮ ਆਈ ਨਹੀਂ। ਵੀ ਆਰ ਵੈਰੀ ਮਚ ਡਿਟਰਮਿੰਡ ਟੂ ਫਿਨਿਸ਼ ਇਟ ਵਿਦਨ ਅ ਸਪੈਨ ਆਫ 1 year। ਵੀ ਡਿਡ ਦੈਟ ਇਨ 1 year ਓਨਲੀ। ਸਰ ਜਿੱਥੇ ਇਨਵੈਸਟੀਗੇਸ਼ਨ ਜਾਣੀ ਚਾਹੀਦੀ ਹੈ ਆਪਣੇ ਸਿੱਟੇ ਪਰ, ਉੱਥੇ ਪਹੁੰਚ ਗਈ ਸੀ ਇਹ? ਹਾਂਜੀ, ਸਰਟਨਲੀ ਵੀ ਆਰ ਵੈਰੀ ਸੈਟਿਸਫਾਈਡ। ਰਾਦਰ ਆਈ ਵੁੱਡ ਸੇ ਕਿ despite a lot of odds and delay and latches which occurred before the formation of my sit, we have been successful in concluding the investigation to our satisfaction within a span of say around 1 year only. ਸਰ ਜਿਹੜੀਆਂ ਸੰਬੰਧਿਤ ਧਿਰਾਂ ਸੀਗੀਆਂ, ਜਿਹੜੀਆਂ ਇਹਦੇ 'ਚ ਪਾਰਟੀ ਬਣੀਆਂ ਹੋਈਆਂ ਸੀਗੀਆਂ, ਮਤਲਬ ਜਿਹੜੇ ਕਹਿੰਦੇ ਸੀ ਵੀ ਇਨਵੈਸਟੀਗੇਸ਼ਨ ਇੱਦਾਂ ਹੋਣੀ ਚਾਹੀਦੀ ਹੈ, ਉਹ ਧਿਰਾਂ ਨੂੰ ਕੁਝ ਹੱਦ ਤੱਕ ਜਾਂ ਕਿਸੇ ਮਤਲਬ ਸੈਟੀਸਫਾਈ ਹੋ ਗਈਆਂ ਜੀ? ਉਹ ਨਹੀਂ, ਅਸੀਂ
ਜਿਹੜੀ ਇਨਵੈਸਟੀਗੇਸ਼ਨ ਕਰਦੇ ਆ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਦੇ ਆ, ਨਾ ਕਿ ਕਿਸੇ ਦੀ ਸੈਟੀਸਫੈਕਸ਼ਨ ਲਈ ਕਰਦੇ ਆ। ਠੀਕ ਹੈ ਜੀ। ਬੇਸਿਕਲੀ ਤੇ ਜਿਹੜਾ ਸਿਟ ਦਾ ਚੀਫ ਹੈ ਔਰ ਮੈਂਬਰ ਸਾਡੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਕਿ ਅਸੀਂ ਕੰਮ ਠੀਕ ਕੀਤਾ, ਲੀਗਲ ਕੀਤਾ, ਪ੍ਰੋਫੈਸ਼ਨਲ ਕੀਤਾ। ਠੀਕ ਹੈ ਜੀ। ਬਾਕੀ ਇਹ ਪਤਾ ਕਿ ਪੋਲੀਟੀਕਲ ਚੀਜ਼ਾਂ ਹੁੰਦੀਆਂ ਨੇ, ਕੋਈ ਰਿਲੀਜੀਅਸ ਚੀਜ਼ਾਂ ਹੁੰਦੀਆਂ ਨੇ, ਕੋਈ ਸੈਟੀਸਫਾਈ ਹੁੰਦਾ ਨਹੀਂ ਹੁੰਦਾ, ਨਨ ਆਫ ਆਰ ਬਿਜ਼ਨਸ। ਵੀ ਡੂ ਪ੍ਰੋਫੈਸ਼ਨਲ ਜੌਬ, we have delivered it, anybody can challenge it, anybody can see it, we are open to any kind of scrutiny. ਅੱਛਾ ਸਰ, ਆਪਾਂ ਅਗਲੇ ਸਵਾਲ ਤੇ ਆਉਣੇ ਆ। ਤੁਹਾਡੀ ਜਿਹੜੀ ਪੋਸਟਿੰਗ ਹੁਣ ਐਜ਼ ADGP ਤੁਸੀਂ ਬਠਿੰਡਾ ਰੇਂਜ ਹੋ, ਜੀ। ਇੱਥੋਂ ਦੀਆਂ ਕੀ ਪ੍ਰੋਬਲਮਸ ਜਿਹੜੀਆਂ ਮੇਨ ਹੈਗੀਆਂ ਤੁਸੀਂ ਜਿਨ੍ਹਾਂ ਪਰ ਪ੍ਰਾਈਮ ਫੋਕਸ ਕਰ ਰਹੇ ਹੋ? ਪ੍ਰੋਬਲਮ ਤਾਂ ਬੇਸਿਕਲੀ ਸੋਸਾਇਟੀ ਦੀਆਂ ਜਿੱਦਾਂ ਡਰੱਗ ਅਬਿਊਜ਼ ਹੈਗੀ ਆ, ਇਹ ਛੋਟੇ ਲੈਵਲ ਦੇ ਉੱਤੇ ਜਿਹੜੀ ਪਰਚੂਨ ਦੇ ਵਿੱਚ ਵਿਕਦੀ ਆ, ਇਹ ਸਾਡੇ ਲਈ ਬੜੀ ਨਿਊਸੈਂਸ ਹੈਗੀ ਆ ਸੋਸਾਇਟੀ ਲਈ, ਲੋਕਾਂ ਲਈ। ਤੇ ਬਾਕੀ ਆ ਜੇ ਗੈਂਗਸਟਰ ਨੂੰ ਡੀਲ ਕਰਦੇ ਆ, ਕੋਈ ਹੋਰ ਕੋਈ ਐਂਟੀ ਨੈਸ਼ਨਲ ਐਕਟੀਵਿਟੀ ਹੋਵੇ, ਜਿਸ ਤਰ੍ਹਾਂ ਆ ਪਿੱਛੇ ਬੜਾ ਦੌਰ ਜਿਹਾ ਚੱਲਿਆ ਸੀਗਾ, ਉਹ ਮੋਬਿਲਾਈਜੇਸ਼ਨ ਦਾ ਪੀਪਲ ਅਗੇਂਸਟ ਦਾ ਐਸਟੈਬਲਿਸ਼ਮੈਂਟ, ਇਹਨਾਂ ਨੂੰ ਕਾਊਂਟਰ ਕਰਨਾ ਪੈਂਦਾ। ਤੋ ਵੀ ਆਰ ਪ੍ਰੀਪੇਅਰ ਫॉर दैट, ਵੀ ਹੈਵ ਲੋਟ ਆਫ ਇਕਵਿਪਮੈਂਟ ਐਂਡ ਦ ਮੈਨ ਪਾਵਰ ਐਟ ਡਿਸਪੋਜ਼ਲ, ਐਂਡ ਆਈ ਅਸ਼ੋਰ ਕਿ ਸਿਚੁਏਸ਼ਨ ਇਜ਼ ਟੋਟਲੀ ਅੰਡਰ ਕੰਟਰੋਲ, ਨਾਟ ਅ ਪ੍ਰੋਬਲਮ ਐਟ ਆਲ। ਅੱਛਾ ਸਰ, ਇੱਕ ਮੈਂ ਤੁਹਾਡੇ ਵੀ ਪਰਸਨਲ ਕੁਐਸਚਨ ਤੇ ਮੈਂ ਫੇਰ ਆਉਣਾ ਹੈ ਵੀ ਜਿਹੜਾ ਬੰਦਾ MBA ਕਰਦਾ ਹੈ, ਉਹ ਬਿਜ਼ਨਸ ਵਾਲੇ ਲਾਈਨ ਦੇ ਵਿੱਚ ਜਿਹੜਾ ਹੈਗਾ ਆਮ ਤੌਰ ਤੇ ਜਿਹੜੇ ਉਹ ਜਾਂਦੇ ਨੇ, ਜਾਂ ਤੁਸੀਂ ਇਕਨੋਮਿਕਸ ਦੀ ਸਟੱਡੀ ਕੀਤੀ ਹੈ, ਬੰਦਾ ਸੋਚਦਾ ਵੀ ਮੈਂ ਇਸ ਲਾਈਨ 'ਚ ਅੱਗੇ ਵਧਾਂ, ਸੋ ਪੁਲਿਸ ਦੇ ਵਿੱਚ ਆਉਣ ਦਾ ਜਿਹੜਾ ਸਬੱਬ ਸੀ ਤੁਹਾਡਾ ਕਿੱਦਾਂ ਬਣਿਆ? ਬੇਸਿਕਲੀ ਸਟੱਡੀ ਦਾ ਬ੍ਰੌਡਨਸ ਯੂਰ ਹਰਾਈਜ਼ਨ। ਯੈਸ। ਤੁਹਾਡਾ ਉਹ ਤਾਂ ਬੇਸਿਕਲੀ ਦਾ ਸਟੱਡੀ ਨੇ ਥੋੜ੍ਹਾ ਦਿਮਾਗ ਖੋਲ੍ਹਣਾ ਹੁੰਦਾ, ਉਹਦੀ ਐਪਲੀਕੇਬਿਲਿਟੀ ਹੈ ਕਿਸੇ ਵੀ ਫੀਲਡ 'ਚ ਆ ਜਾਓ। ਵੀ ਹੈਵ ਲੋਟ ਆਫ ਡਾਕਟਰਸ ਆਲਸੋ, ਇੰਜੀਨੀਅਰਸ ਆਲਸੋ। ਉਹ ਜਿਹੜੀ ਸਪੈਸ਼ਲਾਈਜੇਸ਼ਨ ਹੈ, ਜਦੋਂ ਵੀ ਕੋਈ ਉਸ ਰਿਲੇਟਡ ਕੋਈ ਪ੍ਰੋਬਲਮ ਆਵੇ ਇਨਵੈਸਟੀਗੇਸ਼ਨ ਦੀ, ਤਾਂ ਦੈਟ ਬਿਕਮਸ ਐਨ ਐਸੈਟ ਫॉर ਅਸ। ਇਸੇ ਤਰ੍ਹਾਂ ਮੈਨੇਜਮੈਂਟ ਦੇ ਬਹੁਤ ਜ਼ਿਆਦਾ ਫੰਡ ਅਸੀਂ ਰੂਟੀਨ ਦੇ ਵਿੱਚ ਯੂਜ਼ ਕਰਦੇ ਹਾਂ। ਪਰਸੋਨਲ ਮੈਨੇਜਮੈਂਟ, ਫਾਈਨੈਂਸ ਦਾ ਵੀ ਹੈਵ ਇੰਟਰਫੇਸ ਵਿਦ ਦ ਫਾਈਨੈਂਸ ਆਲਸੋ, ਬਿਕਾਜ਼ ਲੋਟ ਆਫ ਫੰਡਸ ਕਮ ਫਰਮ ਦ CPO, ਵੀ ਹੈਵ ਟੂ ਯੂਜ਼ ਦੈਮ ਜੁਡੀਸ਼ੀਅਸਲੀ। ਇਸੇ ਤਰ੍ਹਾਂ ਪਰਸੋਨਲ ਮੈਨੇਜਮੈਂਟ ਹੈ, ਦੈਨ ਇਨਵੈਂਟਰੀ ਮੈਨੇਜਮੈਂਟ ਹੈ, ਵੈਪਨ ਮੈਨੇਜਮੈਂਟ ਹੈ, ਸਾਰਾ ਕੁਛ ਹੈਗਾ। ਜਿੰਨੀ ਵੀ ਨੌਲੇਜ ਹੁੰਦੀ ਹੈ ਕਿਸੇ ਵੀ ਐਸਪੈਕਟ ਦੀ, ਉਹ ਸਾਡੇ ਫਾਇਦੇ 'ਚ ਹੀ ਜਾਂਦੀ ਹੈ, ਕਦੀ ਨੈਗੇਟਿਵ ਨਹੀਂ ਗਈ। ਠੀਕ ਹੈ ਸਰ। ਅੱਛਾ ਸਰ, ਮੈਂ ਆਖਰੀ ਕੁਐਸਚਨ ਤੇ ਆਉਣਾ ਹੈ। ਸਾਡੀ ਆਡੀਅנס ਨੂੰ ਜਿਹੜੇ ਨਿਊ ਯੰਗਸਟਰ ਨੇ, ਉਹਨਾਂ ਨੂੰ ਪੁਲਿਸ ਫੋਰਸ ਜਿਹੜੀ ਹੈਗੀ ਜੁਆਇਨ ਕਰਨੀ ਚਾਹੀਦੀ ਹੈ, ਸੋ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਬਸ ਇਹੋ ਹੀ ਹੈ ਕਿ ਇਟਸ ਅ ਵੈਰੀ ਚੈਲੰਜਿੰਗ ਕੈਰੀਅਰ, ਦਿਸ ਇਜ਼ ਅ 24/7 ਜੌਬ। At the end of the day, you feel very satisfied that you have contributed to the welfare of the society. ਬੜਾ ਚੈਲੰਜਿੰਗ ਕੰਮ ਹੈਗਾ ਤੇ ਬਹੁਤ ਸੋਚ ਸਮਝ ਕੇ ਕਰਨਾ ਪੈਂਦਾ। ਵੇਲੇ ਕਿ ਵੇਲੇ ਵੀ ਤੁਹਾਨੂੰ ਸੈਕਰੀਫਾਈਸ ਕਰਨਾ ਪੈਂਦਾ, ਆਪਣਾ ਟਾਈਮ ਸੈਕਰੀਫਾਈਸ ਕਰਨਾ ਪੈਂਦਾ, ਫੈਮਿਲੀ ਟਾਈਮ ਸੈਕਰੀਫਾਈਸ ਕਰਨਾ ਪੈਂਦਾ। ਪਰ ਸੈਟਿਸਫੈਕਸ਼ਨ ਬਹੁਤ ਹੈ। ਪਰ ਜੇ ਬਾਹਰ ਬੈਠ ਕੇ ਅਸੀਂ ਕਹੀ ਜਾਵਾਂਗੇ ਕਿ ਪੁਲਿਸ ਮਾੜੀ ਹੈ, ਪੁਲਿਸ ਮਾੜੀ ਹੈ, ਇਹਦੇ ਨਾਲੋਂ ਚੰਗੀ ਗੱਲ ਇਹ ਹੈ ਕਿ ਆਓ ਜੁਆਇਨ ਕਰੋ, ਇਹਨੂੰ ਚੰਗਾ ਬਣਾਓ। ਠੀਕ ਹੈ ਜੀ। ਤੋ ਮੈਂ ਤਾਂ ਯੰਗਸਟਰ ਨੂੰ ਕਹੂੰਗਾ ਇਟਸ ਅ ਵੈਰੀ ਵੈਰੀ ਗੁੱਡ ਓਪਨਿੰਗ, ਯੂ ਸੀ ਦ ਕਾਈਂਡ ਆਫ ਦ ਫੈਸਿਲਿਟੀ ਦੈਟ ਵੀ ਹੈਵ। ਦੇਖੋ, ਮੋਟੀਵੇਸ਼ਨ ਦੀ ਗੱਲ ਹੀ ਕਰਨ ਲੱਗੇ ਆ। ਰੈਂਟ ਫ੍ਰੀ ਅਕੋਮੋਡੇਸ਼ਨ ਹੈ, ਤੁਹਾਡੇ ਕੋਲ ਗੱਡੀ ਹੈ, ਡਰਾਈਵਰ ਹੈ, ਪ੍ਰੋਟੈਕਸ਼ਨ ਹੈ, ਐਂਡ ਆਲ ਦ ਫੈਸਿਲਿਟੀਜ਼ ਦੈਟ ਯੂ ਕੈਨ ਥਿੰਕ ਆਫ, ਐਨੀ ਯੰਗਸਟਰ ਕੈਨ ਥਿੰਕ ਆਫ। ਯੂ ਹੈਵ ਅ ਗੁੱਡ ਕੈਰੀਅਰ। ਪੁਲਿਸ ਦੇ ਵਿੱਚ ਤੁਸੀਂ ਦੇਖੋ, ਡਿਪੈਂਡ ਕਰਦਾ ਆਪਣੀ ਪਰਫਾਰਮੈਂਸ 'ਤੇ। ਬਹੁਤ ਜਿਹੇ ਇਹੋ ਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਨੇ ਸਿਪਾਹੀ ਤੋਂ ਸਟਾਰਟ ਕੀਤਾ ਤਾਂ SSP 'ਤੇ ਟਰਾਈ ਹੋਏ ਹੋਏ ਆ। ਅਤੇ ਜਿੰਨੀ ਪ੍ਰਮੋਸ਼ਨ ਦੀ, ਐਲੀਵੇਸ਼ਨ ਦੀ ਓਪਰਚੁਨਿਟੀ ਪੁਲਿਸ 'ਚ ਹੈ, ਹੋਰ ਕਿਸੇ ਡਿਪਾਰਟਮੈਂਟ 'ਚ ਨਹੀਂ ਹੈ। ਡਿਪੈਂਡਸ ਕਰਦਾ ਤੁਹਾਡੇ 'ਤੇ ਕੀ ਹੈ। ਜਿਸ ਤਰ੍ਹਾਂ ਇੱਕ ਕਲਾਸ ਦੇ ਵਿੱਚ 30 ਬੱਚੇ ਹੁੰਦੇ ਨੇ, ਅਤੇ ਇੱਕ ਬੰਦਾ ਯੂਨੀਵਰਸਿਟੀ ਟੌਪ ਕਰ ਜਾਂਦਾ ਬੱਚਾ, ਦੂਸਰਾ ਬੱਚਾ ਫਸਟ ਡਿਵੀਜ਼ਨ ਜਾਂਦਾ, ਤੀਸਰਾ ਸੈਕੰਡ ਡਿਵੀਜ਼ਨ ਜਾਂਦਾ, ਚੌਥਾ ਫੇਲ ਹੋ ਜਾਂਦਾ। ਟੀਚਰ ਵੀ ਉਹੀ ਹੈ, ਕਲਾਸ ਵੀ ਉਹੀ ਹੈ, ਸਿਲੇਬਸ ਵੀ ਉਹੀ ਹੈ, ਲੇਕਿਨ ਫੋਕਸ ਨਹੀਂ ਆਇਆ। ਸੋ ਹੂ ਸਰ ਜੁਆਇਨਸ ਵਿਦ ਦ ਫੋਕਸ, ਕੰਟਰੀਬਿਊਟਸ ਟੂ ਦ ਵੈਲਫੇਅਰ ਆਫ ਦ ਜਨਰਲ ਪਬਲਿਕ, ਆਪਣੇ ਫੰਡਾ ਕਲੀਅਰ ਨੇ, ਉਹ ਨੈਚੁਰਲੀ ਦੈਟ ਗਾਈ ਵਿਲ ਰਾਈਜ਼ ਇਨ ਦ ਡਿਪਾਰਟਮੈਂਟ। ਅੱਛਾ ਸਰ, ਚਲੋ ਇਹ ਤਾਂ ਜਿਹੜੇ ਨਵੇਂ ਵਾਲੀ ਜਿਨ੍ਹਾਂ ਨੇ ਆਉਣਾ ਉਹਨਾਂ ਲਈ ਹੋਊਗਾ। ਜਿਹੜੇ ਆ ਚੁੱਕੇ ਨੇ ਨਵੇਂ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਜਿਹੜੇ ਆਏ ਹੋਏ ਨੇ ਪੁਲਿਸ ਦੇ ਵਿੱਚ, ਵੀ ਕਿੱਦਾਂ ਵਰਕਿੰਗ ਸਟਾਈਲ ਹੈ ਜਿਹੜਾ ਉਹ ਕਿੱਦਾਂ ਦਾ ਹੋਣਾ ਚਾਹੀਦਾ ਜੀ? ਜਿਹੜਾ ਬੇਸਿਕਲੀ ਮੈਂ ਕੰਮ ਕੀਤਾ, ਮੈਂ ਤਾਂ ਇੱਕ ਕਨਸੈਪਟ ਹੁੰਦਾ ਮੈਨੇਜਮੈਂਟ ਵਿੱਚ, ਮੈਨੇਜਮੈਂਟ ਬਾਈ ਓਬਜੈਕਟਿਵਸ। ਓਕੇ ਸਰ। ਕਿ ਵਾਟ ਇਜ਼ ਦ ਓਬਜੈਕਟਿਵ ਆਫ ਮਾਈ ਵਰਕਿੰਗ। ਮੈਂ ਸਵੇਰੇ ਆਉਣਾ, ਆਫਿਸ ਦੇਖਦਾ ਕਿ ਵਾਟ ਆਈ ਐਮ ਸਪੋਜ਼ ਟੂ ਡਿਲੀਵਰ, ਦੈਨ ਆਈ ਫੋਕਸ ਔਨ ਦੈਟ, ਬਿਕਾਜ਼ ਇਟ ਇਜ਼ ਦ ਰਿਜ਼ਲਟ ਦੈਟ ਮੈਟਰਸ, ਇਟ ਇਜ਼ ਦ ਡਿਲੀਵਰੀ ਦੈਟ ਮੈਟਰਸ। ਮੇਰਾ ਆਈ ਐਮ ਪਬਲਿਕ ਸਰਵੈਂਟ, ਇੱਥੇ ਆਉਂਦੇ ਹਾਂ, ਕੁਝ ਸੁਣਦੇ ਹਾਂ, ਪਬਲਿਕ ਦੀ ਪ੍ਰੋਬਲਮ ਆਉਂਦੀ ਹੈ, ਕੋਈ ਬੇਸਿਕਲੀ ਤਾਂ ਯੂਨਿਟ ਅਫਸਰ ਸੋਲਵ ਕਰ ਲੈਂਦੇ ਨੇ, ਕੋਈ ਇਹੋ ਜਿਹੀਆਂ ਟਿਕਲਿਸ਼ ਪ੍ਰੋਬਲਮ ਹੁੰਦੀਆਂ, ਸੁਪਰਵਿਜ਼ਨ ਹੁੰਦੀ ਹੈ, ਫਿਰ ਕੋਈ ਮੈਟੀਕੂਲਸ ਪਲੈਨਿੰਗ ਹੁੰਦੀ ਹੈ, ਉਹ ਸਾਰਾ ਕਰਦੇ ਹਾਂ। ਉਹਦੀ ਬ੍ਰੇਨਸਟੋਰਮਿੰਗ ਕਰਨ ਤੋਂ ਬਾਅਦ ਦੈਨ ਵੀ ਕਨਕਲੂਡ ਕਿ ਵਾਟ ਇਜ਼ ਦ ਪੋਲਿਸੀ ਦੈਟ ਇਜ਼ ਸਪੋਜ਼ ਟੂ ਬੀ ਇੰਪਲੀਮੈਂਟਡ ਇਨ ਦ ਬੈਸਟ ਇੰਟਰਸਟ ਆਫ ਦ ਪਬਲਿਕ। ਡਿਪਾਰਟਮੈਂਟ ਦਾ ਵੀ ਦੇਖੋ ਇੰਟਰਫੇਸ ਹੁੰਦਾ ਸਾਡੇ ਨਾਲ, ਪੋਲੀਟੀਕਲ ਇੰਟਰਫੇਸ ਵੀ ਹੁੰਦਾ, ਅਤੇ ਪਬਲਿਕ ਦਾ ਤਾਂ ਹੈ ਹੀ ਹੈ। ਬਿਲਕੁਲ ਸਰ। ਤੋ
ਯੂ ਕੰਟਰੀਬਿਊਟ ਇਨ ਸੱਚ ਏ ਵੇ ਕਿ ਸਾਰਿਆਂ ਦਾ ਵੈਲਫੇਅਰ ਹੋਵੇ। ਲਾਰਜਰ ਜਿਹੜੀ ਪਿਕਚਰ ਹੈ ਉਹਨੂੰ ਸਦਾ ਮਾਈਂਡ 'ਚ ਰੱਖਣਾ ਪੈਂਦਾ ਤੇ we try to avoid the controversy to the maximum possible extent, but then professional delivery is a must. Ultimately what counts is the runs on the board ਕਿ ਕੀਤਾ ਕੀ ਹੈ ਸ਼ਾਮ ਤੱਕ। ਠੀਕ ਹੈ ਸਰ, ਤੁਸੀਂ ਬਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਥੈਂਕ ਯੂ। ਨਾਈਸ ਦੋਸਤੋ, ਇਹ ਸੀਗੇ ADGP ਪੰਜਾਬ SPS ਪਰਮਾਰ ਜੀ। ਉਹਨਾਂ ਨੇ ਬੜੀ ਵਧੀਆ ਜਾਣਕਾਰੀ ਦਿੱਤੀ। ਉਹਨਾਂ ਨੇ ਅੱਤਵਾਦ ਦੇ ਦੌਰ ਬਾਰੇ ਵੀ ਦੱਸੀ ਆ, ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਇੱਕ ਬੜੀ ਇੰਪੋਰਟੈਂਟ ਪੰਜਾਬ ਦੇ ਵਿੱਚ ਕੀਤੀ, ਉਹਦੇ ਬਾਰੇ ਵੀ ਦੱਸਿਆ। ਇੰਟਰਵਿਊ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਮੈਂ ਇੰਤਜ਼ਾਰ ਕਰਨਾ, ਜਲਦੀ ਨਵੇਂ ਮਹਿਮਾਨ ਨਾਲ ਹਾਜ਼ਰ ਹੋਵਾਂਗਾ। ਤਦ ਤੱਕ ਲਈ ਥੈਂਕ ਯੂ।